हेलो एवरीवन, वेलकम यू ऑल इन योर ओन चैनल लर्न एवरीथिंग। सो ਆਪਾਂ ਕਰ ਰਹੇ ਸੀ ਫਿਜ਼ਿਕਸ ਦਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ, ਜਿਹਦੇ ਵਿੱਚ ਆਪਾਂ ਨੈਕਸਟ ਹੁਣ ਦੋ ਟੌਪਿਕ ਕਵਰ ਕਰਾਂਗੇ ਜਿਹੜੇ ਸਾਡੇ ਸਿਲੇਬਸ 'ਚ ਆ। ਵਨ ਇਜ਼ ਦਾ ਮੋਨੋਪੋਲ ਐਂਡ ਸੈਕਿੰਡ ਵਨ ਇਜ਼ ਮੈਥਡ ਆਫ ਇਲੈਕਟ੍ਰੀਕਲ ਇਮੇਜਿਸ। ਓਕੇ, ਸੋ ਲੈਟਸ ਸਟਾਰਟ ਕਰਦੇ ਹਾਂ। ਫਸਟ ਇਜ਼ ਦਾ ਮਲਟੀਪੋਲਸ। ਓਕੇ, ਕੀ ਹੁੰਦੇ ਮਲਟੀਪੋਲ? ਪਹਿਲਾਂ ਸ਼ੁਰੂਆਤ ਕਰਦੇ ਮੋਨੋਪੋਲ ਤੋਂ। ਮੋਨੋਪੋਲ ਕੀ ਹੈ? ਇੱਕ ਸਿੰਗਲ ਚਾਰਜ ਨੂੰ ਤੁਸੀਂ ਕਹਿੰਦੇ ਮੋਨੋਪੋਲ। ਅਤੇ ਵਟ ਇਜ਼ ਦਾ ਡਾਈਪੋਲ? ਜਦੋਂ ਦੋ ਇਕੁਅਲ ਐਂਡ ਓਪੋਜ਼ਿਟ ਚਾਰਜ ਤੁਸੀਂ ਸੈਪਰੇਟ ਕਰਦੇ ਆ ਕਿਸੇ ਡਿਸਟੈਂਸ ਨਾਲ, ਇਕੁਅਲ ਅਤੇ ਓਪੋਜ਼ਿਟ, ਯਾਨੀ ਦੋਨੇ ਕਿਆ ਹੋਊਗਾ? ਇਕੁਅਲ ਆ। ਓਪੋਜ਼ਿਟ ਸਾਈਨ ਇੱਕ ਦਾ ਪੋਜ਼ੀਟਿਵ ਇੱਕ ਨੈਗੇਟਿਵ, ਦੋਨਾਂ ਦੇ ਵਿੱਚ ਕੁਛ ਡਿਸਟੈਂਸ ਸਾਨੂੰ ਬੋਲਿਆ ਡਾਈਪੋਲ। ਠੀਕ ਹੈ ਜੀ। ਇੱਦਾਂ ਜੇ ਤੁਸੀਂ ਦੋ ਡਾਈਪੋਲ ਨੂੰ ਸੈਪਰੇਟ ਕਰਦੇ ਕਿਸੇ ਡਿਸਟੈਂਸ ਨਾਲ, ਉਹ ਬਣਦਾ ਕੁਆਡਪੋਲ। ਠੀਕ ਹੈ, ਇੱਕ ਡਾਈਪੋਲ ਆ ਦੂਸਰਾ ਡਾਈਪੋਲ, ਦੋਨਾਂ ਨੂੰ ਸੈਪਰੇਟ ਕਰ ਦਿਓ ਕਿਸੇ ਡਿਸਟੈਂਸ ਨਾਲ, ਉਹਨੂੰ ਕੀ ਕਹਿੰਦੇ ਆਪਾਂ? ਕੁਆਡਪੋਲ। ਇੱਕ ਉਹਨੇ ਗੱਲ ਹੋਰ ਕਹੀ ਕਿ ਡਾਈਪੋਲ ਕਿੱਦਾਂ ਓਬਟੇਨ ਕੀਤਾ ਜਾ ਸਕਦਾ। ਹੁਣ ਡਾਈਪੋਲ ਆ ਜਿਹੜਾ ਡਾਈਪੋਲ ਸੀ, ਇਹ ਧਿਆਨ ਨਾਲ ਦੇਖੋ ਤਾਂ ਮੋਨੋਪੋਲਸ ਤੋਂ ਹੀ ਬਣਿਆ, ਯਾਨੀ ਕਿ ਡਿਸਪਲੇਇੰਗ ਦਾ ਚਾਰਜ ਆਫ ਮੋਨੋਪੋਲ ਥਰੂ ਅ ਸਮੋਲ ਡਿਸਟੈਂਸ ਐਂਡ ਪਲੇਜ਼ ਐਨ ਇਕੁਅਲ ਐਂਡ ਓਪੋਜ਼ਿਟ ਚਾਰਜ ਐਟ ਦਾ ਓਰੀਜਨਲ ਲੋਕੇਸ਼ਨ ਆਫ ਦੀ ਮੋਨੋਪੋਲ। ਉਹ ਤੋਂ ਬਣ ਗਿਆ। ਇੱਦਾਂ ਜਿਹੜਾ ਕੁਆਡਪੋਲ ਆ ਉਹਦੇ ਵਿੱਚ ਵੀ ਤੁਸੀਂ ਇੱਦਾਂ ਕੀਤਾ, ਦੋ ਜਿਹੜੇ ਆ ਡਾਈਪੋਲ ਲਏ ਉਹਨਾਂ ਨੂੰ ਸੈਪਰੇਟ ਕੀਤਾ। ਠੀਕ ਹੈ, ਸੋ ਹੈ ਉਹੀ ਆ, ਇਹਨਾਂ ਨੂੰ ਮੋਨੋਪੋਲਸ ਕਹਿ ਦਿੰਦੇ ਆਪਾਂ। ਅੱਗੇ ਆ ਜਾਓ ਮੈਥਡ ਆਫ ਇਲੈਕਟ੍ਰੀਕਲ ਇਮੇਜਿਸ। ਕੀ ਹੁੰਦਾ? The method of electrical images was developed by Lord Kelvin। एक आदे वास्ते यूजफुल सीगा सॉल्विंग द इलैक्ट्रोस्टैटिक प्रॉब्लम। जिन्नी इलैक्ट्रोस्टैटिक प्रॉब्लम सी ना उन्हां नाल डील करदा सी, कंसर्न विद जिहदे च वन या उस तो ज़्यादा पॉइंट चार्जेस हुंदे सी इन दी प्रेजेंस ऑफ कंडक्टिंग बाउंड्री सरफेस। कोई कंडक्टिंग बाउंड्री सरफेस हैगा, कुछ इदां दी एग्जांपल। ठीक है, दिस इज़ द कंडक्टिंग बाउंड्री सरफेस। उहदे करके सॉरी वेट यस ਜਦੋਂ ਕੋਈ ਕੰਡਕਟਿੰਗ ਸਰਫੇਸ ਸੀਗਾ, ਪ੍ਰੈਜੈਂਸ ਸੀਗੀ ਕਿਸੇ ਕੰਡਕਟਿੰਗ ਸਰਫੇਸ ਦੀ, ਅਤੇ ਤੁਸੀਂ ਉੱਥੇ ਕੰਸਰਨ ਕਰਨਾ ਹੁੰਦਾ ਸੀ ਵਿਦ ਵਨ ਔਰ ਮੋਰ ਪੁਆਇੰਟ ਚਾਰਜ। ਉਹਦੀ ਪ੍ਰੈਜੈਂਸ 'ਚ, ਕਿਹਦੀ ਪ੍ਰੈਜੈਂਸ ਦੇ ਵਿੱਚ? ਕੰਡਕਟਿੰਗ ਬਾਊਂਡਰੀ ਸਰਫੇਸ ਦੇ ਵਿੱਚ। ਉਦੋਂ ਇਲੈਕਟ੍ਰੋਸਟੈਟਿਕ ਪ੍ਰੋਬਲਮਸ ਨੂੰ ਡੀਲ ਕਰਨ ਲਈ ਬਹੁਤ ਯੂਜ਼ਫੁਲ ਹੋਇਆ, ਉਹਨਾਂ ਨੂੰ ਸੋਲਵ ਕਰਨ ਲਈ। ਸੋ ਇਟ ਇਜ਼ ਯੂਜ਼ਫੁਲ ਇਨ ਸੋਲਵਿੰਗ ਦਾ ਸਰਟਨ ਇਲੈਕਟ੍ਰੋਸਟੈਟਿਕ ਪ੍ਰੋਬਲਮ ਜਿਹੜੀਆਂ ਕੰਸਰਨ ਕਰਦੀਆਂ ਸੀ ਵਨ ਔਰ ਮੋਰ ਪੁਆਇੰਟ ਚਾਰਜ ਇਨ ਦੀ ਪ੍ਰੈਜੈਂਸ ਆਫ ਕੰਡਕਟਿੰਗ ਬਾਊਂਡਰੀ ਸਰਫੇਸ। ਐਗਜ਼ਾਮਪਲ, ਕੋਈ ਕੰਡਕਟਰ ਲੈ ਲਓ, ਉਹ ਪਲੇਸ ਕਰ ਦਿਓ ਇਨ ਦਾ ਇਲੈਕਟ੍ਰਿਕ ਫੀਲਡ ਆਫ ਵਨ ਔਰ ਮੋਰ ਟੂ ਚਾਰਜ ਪ੍ਰੋਵਾਈਡਿੰਗ ਸਰਚ ਸਰਫੇਸ। ਇੱਕ ਨਾਲ ਉਹਨੂੰ ਇੱਦਾਂ ਦਾ ਸਰਫੇਸ ਪ੍ਰੋਵਾਈਡ ਕਰ ਦਿਓ। ਸੋ ਇਸ ਮੈਥਡ ਦੇ ਨਾਲ, ਇਹ ਮੈਥਡ ਕੀ ਕਰਦਾ? ਹੈਲਪ ਅਸ ਟੂ ਕੈਲਕੂਲੇਟ ਦਾ ਇਲੈਕਟ੍ਰਿਕ ਇੰਟੈਂਸਿਟੀ। ਦੇਖੋ ਦੋ ਚੀਜ਼ਾਂ ਦੇ ਵਿੱਚ ਹੋਣਗੀਆਂ, ਇੱਕ ਤਾਂ ਤੁਸੀਂ ਇਲੈਕਟ੍ਰਿਕ ਇੰਟੈਂਸਿਟੀ ਯਾਨੀ ਇਲੈਕਟ੍ਰਿਕ ਫੀਲਡ ਕਹਿ ਲਓ, ਠੀਕ ਹੈ, ਐਂਡ ਇਲੈਕਟ੍ਰਿਕ ਪੋਟੈਂਸ਼ੀਅਲ। ਦੋ ਚੀਜ਼ਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਠੀਕ ਹੈ, ਇਨ ਅ ਰੀਜ਼ਨ ਨਾਟ ਬਾਊਂਡਡ ਬਾਈ ਦਾ ਕੰਡਕਟਰ। ਅਤੇ ਉੱਥੇ ਫਾਈਂਡ ਕਰ ਸਕਦੇ ਜਿੱਥੇ ਉਹ ਰੀਜ਼ਨ ਕੰਡਕਟਰ ਨਾਲ ਬਾਊਂਡਡ ਨਹੀਂ ਹੈਗਾ। ਦਾ ਮੈਥਡ ਕੈਨ ਬੀ ਯੂਜ਼ ਟੂ ਸੋਲਵ ਐਨੀ ਦੋਜ਼ ਇਲੈਕਟ੍ਰੋਸਟੈਟਿਕ ਪ੍ਰੋਬਲਮ ਇਨ ਵਿਚ ਜਿੱਥੇ ਹਾਈਪੋਥੈਟਿਕਲੀ ਜਾਂ ਕੋਈ ਫਿਕਟੀਸ਼ੀਅਸ ਚਾਰਜ, ਜਿਹੜੇ ਆਪਣੇ ਕੋਲ ਨਾ ਫਿਕਟੀਸ਼ੀਅਸ ਹਾਈਪੋਥੈਟਿਕਲੀ ਹੋ ਗਏ ਚਾਰਜਿਸ, ਕੈਨ ਬੀ ਫਾਊਂਡ ਟੂ ਪ੍ਰੋਡਿਊਸ ਦਾ ਇਕੋ ਪੋਟੈਂਸ਼ੀਅਲ ਸਰਫੇਸ ਐਟ ਦਾ ਸਰਫੇਸ ਆਫ ਦਾ ਕੰਡਕਟਰ। ਮਤਲਬ ਕਿ ਉੱਥੇ ਇੱਕੋ ਪੋਟੈਂਸ਼ੀਅਲ ਸਰਫੇਸ, ਸਮਝਾਇਆ ਨਾ ਮੈਂ, ਇੱਕੋ ਪੋਟੈਂਸ਼ੀਅਲ ਸਰਫੇਸ ਕੀ ਹੁੰਦੇ? ਜਿਹਦੇ ਸਰਫੇਸ 'ਤੇ ਹਰ ਪੁਆਇੰਟ 'ਤੇ ਸੇਮ ਪੋਟੈਂਸ਼ੀਅਲ ਹੋਵੇ। ਠੀਕ ਹੈ, ਉੱਥੇ ਬਾਈ ਡੂਇੰਗ ਸੋ ਦਾ ਕੰਡਕਟਰ ਕੈਨ ਬੀ ਰਿਮੂਵਡ। ਇੱਦਾਂ ਤੁਸੀਂ ਕਰਦੇ ਹੋ, ਉੱਥੇ ਕੰਡਕਟਰ ਨੂੰ ਰਿਮੂਵ ਕਰਦੇ ਹਾਂ। ਐਂਡ ਦਾ ਇਲੈਕਟ੍ਰੋਸਟੈਟਿਕ ਫਿਨੋਮੀਨਾ ਇਨ ਦਾ ਰੀਜ਼ਨ ਜਿੱਥੇ ਨੋਟ ਬਾਊਂਡਡ ਹੈਗਾ ਕੰਡਕਟਰ, ਉਹਨੂੰ ਆਪਾਂ ਸਟੱਡੀ ਕਰ ਸਕਦੇ ਹਾਂ। ਠੀਕ ਹੈ, ਐਜ਼ ਇਫ ਪ੍ਰੋਡਿਊਸ ਡਿਊ ਟੂ ਰੀਅਲ ਐਂਡ ਫਿਕਟੀਸ਼ੀਅਸ ਚਾਰਜ। ਇੱਥੇ ਤੁਹਾਨੂੰ ਐਗਜ਼ਾਮਪਲ ਤੋਂ ਹੋਰ ਜ਼ਿਆਦਾ ਕਲੀਅਰ ਹੋਏਗਾ। ਦੇਖੋ, ਮੰਨ ਲਓ ਆ ਚਾਰਜ ਕੋਈ ਸੀਗਾ ਪਲੱਸ ਕਿਊ, ਇਹ ਪਲੇਨ ਬਣਾਇਆ ਮੈਂ ਪਹਿਲਾਂ ਐਕਸ ਵਾਈ ਜ਼ੈਡ, ਇਹਨੂੰ ਮੈਂ ਵਾਈ ਜ਼ੈਡ ਪਲੇਨ 'ਚ ਰੱਖ ਲਿਆ। ਠੀਕ ਹੈ, ਪਲੱਸ ਕਿਊ ਚਾਰਜ ਨੂੰ, ਅਤੇ ਪਲੱਸ ਕਿਊ ਚਾਰਜ ਇੱਕ ਇਨਫਾਈਨਾਈਟ ਕੰਡਕਟਿੰਗ ਸ਼ੀਟ ਹੈ, ਇਹ ਵਾਲੀ ਇੱਕ ਸ਼ੀਟ ਲੈ ਲਈ, ਕੰਡਕਟਿੰਗ ਸ਼ੀਟ ਆ। ਦਾ ਚਾਰਜ ਪਲੱਸ ਕਿਊ ਕਿੰਨੇ ਡਿਸਟੈਂਸ 'ਤੇ? ਡੀ ਆ ਫਰੋਮ ਦਾ ਸ਼ੀਟ ਤੋਂ, ਦੇਖ ਲਓ ਡੀ ਡਿਸਟੈਂਸ 'ਤੇ ਪਿਆ। ਦਾ ਪ੍ਰੈਜੈਂਸ ਆਫ ਚਾਰਜ ਪਲੱਸ ਕਿਊ, ਦੇਖੋ ਪਲੱਸ ਕਿਊ ਚਾਰਜ ਇਹਦੇ ਕੋਲ ਪਿਆ ਆ, ਉਹਨੇ ਕੀ ਕਰ ਦੇਣਾ? ਇਸ ਸ਼ੀਟ 'ਤੇ ਚਾਰਜ ਇੰਡਿਊਸ ਕਰ ਦੇਣਾ। ਠੀਕ ਹੈ, ਸੋ ਦਾ ਚਾਰਜ ਪਲੱਸ ਕਿਊ ਬੀਂਗ ਐਟ ਡਿਸਟੈਂਸ ਡੀ ਫਰੋਮ ਦਾ ਸ਼ੀਟ, ਦਾ ਪ੍ਰੈਜੈਂਸ ਆਫ ਚਾਰਜ ਪਲੱਸ ਕਿਊ ਵਿਲ ਇੰਡਿਊਸ ਦਾ ਚਾਰਜ ਔਨ ਸ਼ੀਟ। ਉਹਦੇ ਕਰਕੇ ਸ਼ੀਟ 'ਤੇ ਚਾਰਜ ਇੰਡਿਊਸ ਹੋਇਆ, ਬਟ ਸ਼ੀਟ ਤਾਂ ਕੀ ਆ? ਕੰਡਕਟਰ ਆ। ਠੀਕ ਹੈ, ਐਟ ਦੀ ਸੇਮ ਪੋਟੈਂਸ਼ੀਅਲ। ਸੋ ਇਹਨੂੰ ਅਰਥਡ ਕਰ ਦਾਂਗੇ ਆਪਾਂ। ਸੋ ਇਟ ਕੈਨ ਬੀ ਅਰਥਡ ਟੂ ਮੇਕ ਇਟਸ ਪੋਟੈਂਸ਼ੀਅਲ ਜ਼ੀਰੋ। ਆਪਾਂ ਇਹਨੂੰ ਅਰਥ ਕਰਕੇ ਇਹਦਾ ਪੋਟੈਂਸ਼ੀਅਲ ਕੀ ਹੋ ਗਿਆ? ਫਿਰ ਜ਼ੀਰੋ। ਆਪਾਂ ਇਹਨੂੰ ਸਾਰੀ ਨੂੰ ਅਰਥਡ ਕਰ ਦਿੱਤਾ, ਪੋਟੈਂਸ਼ੀਅਲ ਕਰ ਦਿੱਤਾ ਜ਼ੀਰੋ। ਜੇ ਹੁਣ ਸ਼ੀਟ ਜਿਹੜੀ ਆ ਉਹ ਲੇਇੰਗ ਹੈਗੀ ਇਨ ਦੀ ਵਾਈ ਜ਼ੈਡ ਪਲੇਨ, ਵਾਈ ਜ਼ੈਡ ਪਲੇਨ ਆਪਾਂ ਲੈਣੀ, ਉਹਦੇ ਵਿੱਚ ਹੈਗੀ ਆ। ਐਂਡ ਦਾ ਚਾਰਜ ਪਲੱਸ ਕਿਊ, ਉਹਦੇ ਕੋਆਰਡੀਨੇਟ ਇਹ ਵਾਲੀ ਆ। ਠੀਕ ਹੈ, ਐਕਸ 'ਤੇ ਹੈਗੀ ਆ ਡੀ 0 0। ਦੈਨ ਸ਼ੀਟ ਡਿਵਾਈਡ ਹੋਏਗੀ ਦੋ ਰੀਜ਼ਨ ਦੇ ਵਿੱਚ। ਵਨ ਜਿੱਥੇ ਪਲੱਸ ਕਿਊ ਲਾਈਜ਼ ਕਰੇਗਾ ਇਨ ਦਾ ਐਕਸ ਗ੍ਰੇਟਰ ਦੈਨ 0, ਇੱਕ ਹੋਏਗੀ ਜਿੱਥੋਂ ਐਕਸ ਲੈਸ ਦੈਨ 0। ਸੋ ਦੋ ਹਿੱਸਿਆਂ 'ਚ ਡਿਵਾਈਡ ਹੋ ਗਈ ਇਹ। ਹਾਂਜੀ,
अदर वर्ड इत्थे हो गया x less than 0 एवरीवेयर। द मैथड ऑफ इलेक्ट्रिकल इमेजेस कैन यूज टू स्टडी द कंबाइंड इलेक्ट्रोस्टैटिक इफेक्ट ड्यू टू चार्ज प्लस क्यू ऑन द शीट ओनली इन द रीजन x ग्रेटर दैन 0। सो उन्हें इत्थे ही दस्सिया कि जो मैथड होगा ना इलेक्ट्रिकल इमेजेस उन्हें आप स्टडी कर सकते हैं कंबाइंड इलेक्ट्रोस्टैटिक इफेक्ट दोनों ड्यू टू चार्ज प्लस क्यू एंड शीट बट किहड़े रीजन ओनली रीजन x ग्रेटर दैन 0 प्लस क्यू चार्ज करके। यदि जो चार्ज माइनस क्यू आ इन द रीजन x लैस दैन 0 तो डिस्टेंस किन्ने ते पिया -d00 वो यदि इलैक्ट्रिकल इमेजेस होएगा वो कॉन्स्टिट्यूट करेगा इलैक्ट्रिकल इमेजेस द ऑप्टिकल इमेजेस बनदियां ना ओदी इलैक्ट्रिकल इमेजेस। इट नेम्ड इलैक्ट्रिकल इमेजेस देखो ने दस्सिया वे कि एनालॉजी विद द टर्म ऑप्टिकल इमेजेस। इलैक्ट्रिकल इमेजेस दा फिक्टिशियस पॉइंट चार्ज हैगे ने और सैट ऑफ फिक्टिशियस पॉइंट चार्ज हैगा दे लाई इन द रीजन और स्पेस बाय अ बाउंड्री सरफेस ऑफ कंडक्टर और कोई कंडक्टर हैगा या कंडक्टर्स हैगे। देखो कंडक्टर्स मतलब जो सैट ऑफ आपां गल करदे एक दी गल करदे तो एक आंदा है इन विच रियल चार्ज डू नॉट लाई रियल तो इधर सीगा ये ओदी इमेज बन गई इधर ठीक है ना। सो यही इलैक्ट्रिकल इमेजेस का कंसैप्ट है कि इलैक्ट्रिकल इमेजेस एक फिक्टिशियस पॉइंट चार्ज ही हैगा ठीक है ਜਾਂ ਫਿਰ ਸੈੱਟ ਆਫ ਫਿਕਟੀਸ਼ੀਅਸ ਪੁਆਇੰਟ ਚਾਰਜ ਆ ਠੀਕ ਹੈ। ਉਹ ਲਾਈ ਕਿੱਥੇ ਕਰਦੇ ਇਦਾਂ ਦੀ ਰੀਜ਼ਨ ਜਾਂ ਸਪੇਸ ਦੇ ਵਿੱਚ ਇਨ ਵਿੱਚ ਜਿੱਥੇ ਰੀਅਲ ਚਾਰਜ ਨਹੀਂ ਲਾਈ ਕਰਦਾ ਪਿਆ ਸੋ ਇਹਦੀ ਇਲੈਕਟ੍ਰੀਕਲ ਇਮੇਜ ਆ ਗਈ ਸਾਹਮਣੇ। ਸੋ ਇਹਦੀ ਹੈਲਪ ਨਾਲ ਅਸੀਂ ਇੱਥੇ ਇਲੈਕਟ੍ਰੀਕਲ ਇੰਟੈਂਸਿਟੀ ਤੇ ਉਹ ਕੀ ਕਹਿੰਦੇ ਹੁੰਦੇ ਆਪਣਾ ਇਲੈਕਟ੍ਰੀਕਲ ਪੋਟੈਂਸ਼ੀਅਲ ਫਾਈਂਡ ਆਊਟ ਕਰ ਸਕਦੇ ਹਾਂ ठीक है ना। सो कहानी सौखी सी कुछ ज़्यादा औखा नहीं जे तुसीं इहनूं समझ के करोगे तुहानूं मैनूं नहीं लगता कि ज़्यादा औखा लगेगा कि उन्हें एक चार्ज प्लस क्यू ले लिया एक इनफाइनाइट कंडक्टिंग शीट ले ली है चार्ज प्लस क्यू एट ए डिस्टेंस डी रखा शीट तो प्रेजेंस हुण प्लस क्यू चार्ज करने इत्ते चार्ज इंड्यूस हो गया बट एक कंडक्टर नूं अर्थ कर दिता अर्थ करके पोटेंशियल तुसीं जीरो कर दिता। हुण शीट जिहड़ी जे YZ प्लेन दे विच है ठीक है YZ प्लेन तुसीं इत्थे पोटेंशियल जीरो कर दिता है नाले YZ प्लेन दे विच है चार्ज क्यू प्लस क्यू इस डिस्टेंस इन्हें दो रीजन डिवाइड हो जाना एक रीजन x ग्रेटर दैन एक रीजन x लैस दैन 0 ठीक है। द मैथड ऑफ इलैक्ट्रिकल इमेजेस कैन बी यूज टू स्टडी सो इतने मैथड ऑफ इलैक्ट्रिकल की हैल्प नाल आप स्टडी करते कंबाइंड इलैक्ट्रोस्टैटिक इफेक्ट मतलब ड्यू टू चार्ज प्लस क्यू एंड शीट दोनों दे करके किस रीजन फाइंड आउट करते x ग्रेटर दैन 0 ये फिर माइनस जो इधर आ वो इमेज बन गई ठीक है। सेम ऑप्टिकल इमेजेस जिदा बनदियां उदां ही सेम नाम वो तो ही रखा बट ये कुछ कंडीशन होंदियां सैटिस्फाई होनियां बहुत जरूरी है ये पेपर पूछिया जा सकदियां विच ऑफ द फॉलोइंग इज़ नॉट अ स्टेटमेंट कंडीशन फॉर द मैथड ऑफ इलैक्ट्रिकल इमेजेस। सो तीन हैगियां एक नहीं होनी। फस्ट इन द रीजन जिथे रियल इमेज लाई करदी है द नैट फील्ड ड्यू टू रियल एंड इमेज चार्ज शुड बी सच दैट कि टोटल इलैक्ट्रिक फ्लक्स उस गॉसियन सरफेस से इफेक्ट नहीं होना चाहिए ठीक है ना। समझते ओ रीजन इन द रीजन जिथे रियल इमेज लाई कर दी इधर सी ना रियल इमेज प्लस क्यू वाली फॉर द मैथड रियल इमेज लाई द नेट फील्ड ठीक है द नेट फील्ड ड्यू टू रियल एंड इमेज जी दूसरी इलैक्ट्रिकल इमेज बनी है इमेज चार्ज दोनों एक प्लस क्यू माइनस क्यू शुड भी इस तरह होने चाहिए कि जो टोटल फ्लक्स है ना गॉसियन सरफेस जो गॉसियन सरफेस लिया वो तो इफेक्ट ना हो टोटल फ्लक्स नहीं इफेक्ट होना चाहिए। तो दूसरा पोटेंशियल पूरे कंडक्टिंग सरफेस से सेम रहना चाहिए इक्को पोटेंशियल ताही इस गल की इक्को पोटेंशियल सरफेस की द पोटेंशियल ऑल ओवर द कंडक्टिंग सरफेस शुड बी सेम पोटेंशियल एट इनफाइनाइट डिस्टेंस पॉइंट जो तो बहुत दूर लै जाओगे पॉइंट उत्थे जीरो हो जाना इनफाइनाइट डिस्टेंस से ठीक है। सो आई होप तुहानूं ये समझ आ गया होगा एक 3 पॉइंट है ने ये इंपॉर्टेंट आ इलैक्ट्रिकल इमेजेस का कंसैप्ट सिंपल सीगा ते आपां मल्टीपोल कर ले। जो वीडियो पसंद है लाइक एंड कमेंट करके दसना। थैंक्स फॉर वॉचिंग द वीडियो।